ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਮਨਜੋਤ ਸਿੰਘ। ਅੱਜ ਦੇ ਵਿਸ਼ੇਸ਼ ਬੁਲਟਨ ਦੇ ਵਿੱਚ ਮੈਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਆਪ ਸਰਕਾਰ ਵੱਲੋਂ ਪਹਿਲਾ ਬਜਟ ਪੇਸ਼। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਖਬਰ ਨੂੰ ਬਲਵਿੰਦਰ ਸਿੰਘ ਭੁੰਦੜ ਨੇ ਦੱਸਿਆ ਕੌੜਾ ਝੂਠ। ਜਲੰਧਰ ਦੇ ਵਿਦਿਆਰਥੀਆਂ ਵਿਚਾਲੇ ਝੜਪ, ਤੀਜੀ ਮੰਜ਼ਲ ਤੋਂ ਡਿੱਗ ਕੇ ਇੱਕ ਦੀ ਮੌਤ। ਲੋਹਾ ਵਪਾਰੀ ਦੇ ਕਰਿੰਦੇ ਤੋਂ 8 ਲੱਖ ਦੀ ਲੁੱਟ। ਪਠਾਨਕੋਟ ਦੇ ਆਰਮੀ ਕੈਂਪ 'ਚ ਚੱਲੀਆਂ ਗੋਲੀਆਂ, 2 ਫੌਜੀ ਜਵਾਨਾਂ ਦੀ ਮੌਤ। ਗੈਂਗਸਟਰ ਲਾਰੈਂਸ ਦਾ ਪਿਤਾ ਪਹੁੰਚਿਆ ਸੁਪਰੀਮ ਕੋਰਟ। ਹੁਣ ਖਬਰਾਂ ਵਿਸਤਾਰ 'ਚ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਦਾ ਪਲੇਟਾ ਬਜਟ ਪੇਸ਼ ਕੀਤਾ। ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ਿਆਦਾ ਜ਼ੋਰ ਦਿੱਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਵਿੱਚ ਸੂਬੇ ਦਾ ਕੁੱਲ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪਿਛਲੀ ਸਰਕਾਰ ਦੇ ਬਜਟ ਦੇ ਮੁਤਾਬਕ ਇਹ 14.2% ਦਾ ਵਾਧਾ ਹੈ। 2022-23 ਦੇ ਇਸ ਬਜਟ ਵਿੱਚ ਮਾਲੀਆ ਘਾਟਾ 1.99 ਅਤੇ 3.80% ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਸੂਬਾ ਸਰਕਾਰ ਦੇ ਕਰ ਮੁਕਤ ਬਜਟ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਨਵੇਂ ਪੰਜਾਬ ਲਈ ਰੂਪਰੇਖਾ ਉਲੀਕਣ ਵਾਲਾ ਦੱਸਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਵਿਚਾਰ ਵਿਟਾਦਰਾ ਕਰਕੇ ਬਣਾਇਆ ਇਤਿਹਾਸਿਕ ਬਜਟ ਪੇਸ਼ ਕਰਨ ਲਈ ਮੈਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵਧਾਈ ਦਿੰਦਾ ਹਾਂ। ਐਜੂਕੇਸ਼ਨ ਦੇ ਖੇਤਰ ਦੇ ਵਿੱਚ, ਹਾਇਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਰਾਜ ਦੇ ਵਿਦਿਅਕ ਤੌਰ ਤੇ ਪਛੜੇ ਖੇਤਰਾਂ ਵਿੱਚ ਅਤੀ ਆਧੁਨਿਕ ਡਿਗਰੀ ਕਾਲਜਾਂ ਦੀ ਉਸਾਰੀ ਲਈ ਵਚਨਬੱਧ ਹੈ ਵਿੱਤੀ ਸਾਲ ਲਈ 95 ਕਰੋੜ ਰੁਪਏ ਦਾ ਰਾਖਵਾਂਕਰਨ ਕਰਦੇ ਆ ਤਾਂ ਕਿ ਨਵੇਂ ਅਤੀ ਆਧੁਨਿਕ ਕਾਲਜ ਜਿਹੜੇ ਨੇਗੇ ਉਹ ਪੰਜਾਬ ਵਿੱਚ ਸਥਾਪਿਤ ਕੀਤੇ ਜਾਣ ਇਸੇ ਤਰ੍ਹਾਂ ਤਕਨੀਕੀ ਸਿੱਖਿਆ, ਮਾਨਯੋਗ ਸਪੀਕਰ ਸਾਹਿਬ, ਸਾਡੇ ਵਿਦਿਆਰਥੀਆਂ ਨੂੰ ਰੋਜ਼ਗਾਰ ਯੋਗਤਾ ਦੀ, ਸਾਡੇ ਵਿਦਿਆਰਥੀਆਂ ਦੀ ਜਿਹੜੀ ਰੋਜ਼ਗਾਰ ਦੀ ਯੋਗਤਾ ਨੂੰ ਵਧਾਉਣ ਦੇ ਉਦੇਸ਼ ਨਾਲ ਇਸ ਸਰਕਾਰ ਦਾ ਧਿਆਨ ਕਲਾਸਰੂਮ ਸਿਖਲਾਈ ਦੇ ਨਾਲ ਇੰਟਰਨਸ਼ਿਪ, ਫੀਲਡ ਵਿਜ਼ਿਟ, ਹੁਨਰ ਵਿਕਾਸ ਪ੍ਰੋਜੈਕਟਾਂ ਰਾਹੀਂ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕਰਨ ਤੇ ਹੋਵੇਗਾ। ਇਸ ਮਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਉਹਨਾਂ ਦੇ ਆਧੁਨਿਕੀਕਰਨ ਕਰਨ ਅਤੇ ਵਿਸਥਾਰ ਤੇ ਉਹਨਾਂ ਦਾ ਹੋਰ ਉਹਨਾਂ ਨੂੰ ਅੱਗੇ ਵਧਾਉਣ ਦੇ ਮੁੱਖ ਮੰਤਵ ਨਾਲ ਤਕਨੀਕੀ ਸਿੱਖਿਆ ਵਿੱਚ 641 ਕਰੋੜ ਰੁਪਏ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਰਦੇ ਹਾਂ ਵੱਡਾ ਜਿਹੜਾ ਹੈਗਾ ਅਮਾਉਂਟ ਇਸ ਲਈ ਰੱਖੀ ਗਈ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਅਕਾਲੀ ਦਲ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਅਕਾਲੀ ਦਲ ਨੇ ਪੰਥ ਲਈ ਵੱਡੀ ਲੜਾਈ ਲੜੀ ਹੈ, ਜਿਸ ਵਿੱਚ ਅਸੀਂ ਰਾਜਨੀਤੀ ਵਿੱਚ ਕਈ ਪੜਾਅ ਅਤੇ ਉਤਰਾਅ ਚੜ੍ਹਾਅ ਦੇਖੇ ਹਨ। ਅਕਾਲੀ ਦਲ ਆਪਣੇ ਸਿਧਾਂਤਾਂ ਤੇ ਲੜਦਾ ਆਇਆ ਹੈ ਅਤੇ ਲੜਦਾ ਰਹੇਗਾ। ਉਹਨਾਂ ਨੇ ਕਿਹਾ ਹੈ ਕਿ ਭਾਈ ਰਾਜੋਆਣਾ ਦੇ ਹੁਕਮਾਂ ਉੱਤੇ ਤੱਕੜੀ ਦੇ ਨਿਸ਼ਾਨ ਉੱਤੇ ਚੋਣ ਲੜੀ ਗਈ ਸੀ ਅਤੇ ਭਾਈ ਰਾਜੋਆਣਾ ਦੇ ਕਹਿਣ ਉੱਤੇ ਹੀ ਬੀਬੀ ਕਮਲਦੀਪ ਕੌਰ ਨੂੰ ਚੋਣਾਂ ਵਿੱਚ ਖੜਾ ਕੀਤਾ ਗਿਆ ਸੀ। ਕੁਛ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਅਫਵਾਹਾਂ ਸਾਡੇ ਕੰਨਾਂ 'ਚ ਪੈ ਰਹੀਆਂ ਨੇ ਕਿ ਜੀ ਕੀ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਮੈਂ ਇੱਕ ਸਾਰਾ ਪ੍ਰੈਸ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਜਿਹੜੀ ਚੋਣ ਸੀ, ਇਹ ਚੋਣ ਜੋ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ, ਜਹਦਰ ਅਕਾਲ ਤਖਤ ਦੀ ਅਪੀਲ ਤੇ ਸਾਰੇ ਖਿਆਲਾਂ ਦੇ ਲੋਕ ਅਸੀਂ ਇਕੱਠੇ ਹੋ ਕੇ ਬੈਠੇ ਸੀ, ਜਿਨ੍ਹਾਂ 'ਚ ਕਿ ਖਿਆਲਾਂ ਦੇ ਮਤਭੇਦ ਹੋਣ ਦੇ ਬਾਵਜੂਦ ਇੱਕ ਏਡਾ ਵੱਡਾ ਮਸਲਾ ਸੀ ਕੌਮ ਦਾ ਜੀ, ਤੇ ਅਸੀਂ ਇਕਜੁੱਟ ਹੋ ਕੇ ਬੈਠੇ। ਤੇ ਸਾਡੀ ਕੋਸ਼ਿਸ਼ ਸੀ ਅਕਾਲੀ ਦਲ ਦੀ ਕਿ ਅਸੀਂ ਕਿਸੇ ਵੀ ਕੀਮਤ ਤੇ ਨਾ ਤਾਂ ਜਹਦਰ ਅਕਾਲ ਤਖਤ ਦੇ ਜੋ ਹੁਕਮ ਹੈ ਉਸ ਨੂੰ ਹੇਠਾਂ ਹੋਣ ਦਈਏ ਤੇ ਨਾ ਹੀ ਅਸੀਂ ਏਕਤਾ ਟੁੱਟਣ ਦੀ। ਸਾਡਾ ਪੂਰਾ ਯਤਨ ਸੀ। ਉਹ ਯਤਨ ਨੂੰ ਨਿਭਾਉਣ ਵਾਸਤੇ ਜੋ ਜਥੇਬੰਦੀਆਂ ਨੇ ਅਪੀਲ ਕੀਤੀ, ਨਾਂ ਦਿੱਤਾ, ਅਸੀਂ ਉਸ ਨਾਂ ਤੇ ਉਹਨਾਂ ਦੀ ਅਪੀਲ ਤੇ ਸਹਿਮਤ ਹੋ ਗਏ। ਸਹਿਮਤ ਹੋਣ ਦੇ 2 ਕਾਰਨ, ਇੱਕ ਜਹਦਰ ਅਕਾਲ ਤਖਤ ਦੀ ਅਪੀਲ, ਇੱਕ ਫਿਰ ਉਹ ਜਥੇਬੰਦੀਆਂ ਵੱਲੋਂ ਸਾਰੀਆਂ ਵੱਲੋਂ ਅਪੀਲ ਕਿ ਇਸ ਬੀਬੀ ਨੂੰ ਖੜਾ ਕੀਤਾ ਜਾਵੇ। ਤੀਸਰਾ ਪੁਆਇੰਟ ਇਹ ਹੈ ਕਿ ਕਈ ਵਾਰੀ ਜੇ ਤਾਂ ਤੱਕੜੀ ਨਿਸ਼ਾਨ ਸੀ, ਤੱਕੜੀ ਨਿਸ਼ਾਨ ਤਾਂ ਦਿੱਤਾ ਗਿਆ
ਅਸੀਂ ਨਹੀਂ ਕਿਹਾ ਸੀ ਤਕੜੀ ਨਿਸ਼ਾਨ ਤੇ ਲੜਿਆ ਜਾਵੇ। ਅਸੀਂ ਕਿਹਾ ਜੋ ਜਥੇਬੰਦੀਆਂ, ਜੋ ਅਕਾਲ ਤਖਤ ਦਾ ਆਦੇਸ਼ ਹੈ ਉਹ ਤਾਂ ਸੀ ਕਿ ਰਾਜੋਆਣੇ ਜੀ ਨੂੰ ਜਦੋਂ ਉਹ ਬੀਬਾ ਜੀ ਮਿਲੇ ਤਾਂ ਰਾਜੋਆਣੇ ਨੇ ਕਿਹਾ ਕਿ ਨਹੀਂ, ਆਜ਼ਾਦ ਲੜਾਂਗੇ ਤਾਂ ਮਤਲਬ ਕੋਈ ਨਹੀਂ, ਪੰਥਕ ਇਸ਼ੂ ਆ, ਪੰਥਕ ਮੁੱਦਾ ਤੇ ਪੰਥਕ ਨਿਸ਼ਾਨ ਤੇ ਤਕੜੀ ਤੇ ਲੜਨਾ ਚਾਹੀਦਾ। ਇਹ ਉਹਨਾਂ ਦੀ ਅਪੀਲ ਲਿਖਤੀ ਵੀ ਆਈ ਹੈ ਔਰ ਤੁਸੀਂ ਸੁਣਿਓ, ਉਸ ਕਰਕੇ ਤਕੜੀ ਦਾ ਨਿਸ਼ਾਨ ਦਿੱਤਾ ਗਿਆ। ਸੋ ਇਹ 2-3 ਪੁਆਇੰਟਾਂ ਤੇ ਆ ਕੇ ਮੈਂ ਤੁਹਾਨੂੰ ਕਲੈਰਿਟੀ ਕਰਨਾ ਚਾਹੁੰਦਾ, ਕਿਉਂਕਿ ਕੁਝ ਗੱਲਾਂ ਅਫਵਾਹਾਂ ਸਾਡੇ ਕੰਨਾਂ 'ਚ ਪਈਆਂ ਜੀ ਹੁਣ ਤਾਂ ਜੀ ਪਾਰਟੀ ਦਾ ਹੋ ਗਿਆ ਨਹੀਂ, ਪਾਰਟੀਆਂ ਛੇਠਾਂ ਉੱਤੇ ਹੁੰਦੇ ਰਹਿੰਦੇ ਨੇ। ਦੇਖੋ ਤੁਸੀਂ ਸਾਰੇ ਯੰਗ ਜਨਰੇਸ਼ਨ ਹੋ, ਜਿਹੜੇ ਸਾਡੇ ਸਾਥੀ ਸੀ ਤਕਰੀਬਨ ਉਹ ਤਾਂ ਮੈਨੂੰ ਘੱਟ ਹੀ ਕਦੇ ਨਹੀਂ ਨਾ, ਇਹ ਤਾਂ ਸਾਰੇ ਨਵੇਂ ਹੋ। ਬਹੁਤ ਲੰਮੀਆਂ ਲੜਾਈਆਂ ਪੰਥ ਨੇ ਲੜੀਆਂ, ਕਦੇ ਐਮਰਜੈਂਸੀ ਵਰਗੇ ਮੋਰਚੇ ਜਿਨ੍ਹਾਂ ਸਾਨੂੰ ਕਹਿੰਦੇ ਸੀ ਕਦੇ ਜਿੱਤੇ ਨਹੀਂ ਜਾ ਸਕਦੇ, ਕਦੇ ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕਦੇ, ਇਹ ਸਾਨੂੰ ਗੱਲਾਂ ਕਹੀਆਂ ਸੀ। ਔਰ ਮੈਂ MLA ਸੀ ਉਸ ਵੇਲੇ ਵੀ, ਪਾਰਟੀ ਦੇ ਪ੍ਰਧਾਨ ਪਹਿਲਾਂ ਤੁਰ ਸਾਹਿਬ ਸੀ, ਫਿਰ ਲੌਂਗੋਵਾਲ ਸੀ, ਤੇ ਸਾਨੂੰ ਕਿਸੇ ਨੂੰ ਆਸ ਨਹੀਂ ਸੀ ਕਿ ਐਮਰਜੈਂਸੀ ਟੁੱਟ ਜੂ ਤੇ ਰਾਜ ਬਦਲ ਜੂ। ਹਾਲਾਤ ਬਦਲੇ, ਫਿਰ ਉਸ ਤੋਂ ਬਾਅਦ ਫਿਰ ਸਮਾਂ ਆਇਆ 10-15 ਸਾਲ, ਬੜਾ ਖਤਰਨਾਕ ਸਮਾਂ ਆਇਆ ਜਿਸ ਸਮੇਂ ਦੇ ਵਿੱਚ ਕਦੇ ਕੋਈ ਪਾਰਟੀ ਸਾਰਾ ਜਿੱਤ ਕੇ ਲੈ ਗਈ, ਕਦੇ ਕੋਈ ਲੈ ਗਈ। ਅਸੀਂ 15 ਸਾਲ ਗੋਲੀਆਂ ਵਰਦੀਆਂ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਰਿਹਾ, ਲੇਕਿਨ ਉਸ ਵੇਲੇ ਕਦੇ ਬਾਈਕਾਟ ਕਰਨੇ ਪਏ, ਕਦੇ ਗਵਰਨਰ ਰੂਲ ਕਰਨੇ ਪਏ। ਉਸ ਤੋਂ ਬਾਅਦ ਆ ਕੇ ਫਿਰ ਪਾਰਟੀ ਨੂੰ ਲੋਕਾਂ ਨੇ ਉਸ ਤਰ੍ਹਾਂ ਹੀ ਸ਼ਕਤੀ ਦੇ ਕੇ 3 ਵਾਰੀ ਬਾਲ ਸਾਹਿਬ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ। ਇਸ ਕਰਕੇ ਪਾਰਟੀਆਂ ਸੇਠਾਂ ਉੱਤੇ ਹੁੰਦਾ ਰਹਿੰਦਾ। ਕਾਂਗਰਸ ਦਾ ਹਾਲ ਦੇਖ ਲਓ, ਆਪ ਪਾਰਟੀ ਜਿਹੜੀ ਕੱਲ 92 ਸੀਟਾਂ ਲੈ ਕੇ ਆਈ ਸੀ, ਅੱਜ ਆਖੀ ਕੁਛ ਜਾਣ 92 ਸੀਟਾਂ ਲਿਆਉਣੀਆਂ ਔਰ ਸੰਗਰੂਰ ਦੀ ਸੀਟ 2 ਵਾਰੀ ਪਾਰਲੀਮੈਂਟ ਜਿੱਤ ਲੈਣੀ, ਤੀਜੀ ਵਾਰ 9 ਦੇ 9 MLA ਜਿੱਤ ਲੈਣੇ, ਤੇ ਫਿਰ ਹਰ ਕੀ ਤੋਂ ਜਾਣਾ ਜਿਹਦਾ ਪਿਛਲੀ ਚੋਣ ਸਭ ਤੋਂ ਘੱਟ ਵੋਟਾਂ ਸੀਗੀਆਂ ਉਸ ਤੋਂ ਬਾਅਦ ਜਾਣਾ। ਇਸ ਕਰਕੇ ਜੇ ਜਿੱਤਾਂ ਹਾਰਾਂ ਇੱਕ ਜਿੱਤ ਹਾਰ ਨੂੰ ਪਾਰਟੀ ਦੇ ਸਿਧਾਂਤਾਂ ਨਾਲ ਮਿਲਾਇਆ ਜਾਵੇ, ਨਹੀਂ। ਅਕਾਲੀ ਦਲ ਇੱਕ ਬੜੀ ਪ੍ਰਿੰਸੀਪਲ ਵਾਲੀ ਪਾਰਟੀ ਹੈ। ਜਿਸ ਵੇਲੇ ਪਾਰਟੀ ਦੇ ਸਾਡੇ ਬਜ਼ੁਰਗਾਂ ਨੇ ਆਪਣੇ ਸੀਸ ਦਿੱਤੇ, ਅੰਗਰੇਜ਼ਾਂ ਨਾਲ ਲੜੇ, ਜਦੋਂ ਅੰਗਰੇਜ਼ ਕਿਤੇ ਝੁਕਦਾ ਨਹੀਂ ਸੀ ਉਹ ਝੁਕਾਇਆ, ਤਾਂ ਪ੍ਰਿੰਸੀਪਲ 'ਤੇ ਝੁਕਾਇਆ, ਨਾ ਕਿ ਰਾਜ ਬਦਲੇ ਝੁਕਾਇਆ। ਜਿਹੜੇ ਵੇਲੇ ਅਸੀਂ ਲੋਕ ਵੀ ਆਏ ਹਾਂ, ਅਸੀਂ ਵੀ ਜਿਸ ਵੇਲੇ ਪਾਰਟੀ 'ਚ ਆਇਆ, ਮੈਂ 70 ਦੀ ਜੇਲ੍ਹ, ਦਿੱਲੀ 71 ਦੀ ਜੇਲ੍ਹ ਪਹਿਲੀ ਵਾਰ ਕੱਟੀ, ਛੋਟੀ ਉਮਰ ਸੀ 23 ਸਾਲ, ਸਾਨੂੰ ਕੋਈ ਪਤਾ ਨਹੀਂ ਸੀ ਕਦੇ ਰਾਜ ਆ ਜਾਏਗਾ। ਹਾਲਾਂਕਿ ਮਾੜਾ ਮੋਟਾ ਅਸੀਂ ਪੜ੍ਹੇ ਵੀ ਸੀ, 4 ਜਮਾਤਾਂ, ਕਿਸਾਨੀ ਕਰਦੇ ਸੀ, ਕਦੇ ਗੱਲਾਂ ਨਹੀਂ ਸੀ। ਇੱਕੋ ਜਜ਼ਬਾ ਸੀ ਕਿ ਨਹੀਂ, ਪੰਥਕ ਸੋਚ 'ਤੇ ਪਹਿਰਾ ਦੇਣਾ, ਇਹ ਪੰਜਾਬ ਦੇ ਹੱਕਾਂ ਵਾਸਤੇ ਹੈ, ਪੰਜਾਬੀਆਂ ਦੇ ਹੱਕਾਂ ਵਾਸਤੇ ਹੈ। ਇਸ ਕਰਕੇ ਜੋ ਅਕਾਲੀ ਦਲ ਪਾਰਟੀ ਆਪਦੇ ਅਸੂਲਾਂ 'ਤੇ ਲੜਦੀ ਹੈ, ਅਸੂਲਾਂ 'ਤੇ ਲੜਦੀ ਰਹੇਗੀ। ਕਈ ਹੁਣ ਸਾਡੇ 'ਤੇ ਇੱਕ ਸਵਾਲ ਇਹ ਵੀ ਹੁੰਦਾ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ 'ਤੇ ਤਾਂ ਜੀ ਲਾਈਨ ਨਾ, ਬੰਦੀ ਸਿੱਖਾਂ ਦੀ ਰਿਹਾਈ ਗੁਰੂ ਹਰਗੋਬਿੰਦ ਜੀ ਦਾ ਦੇਖ ਲਓ ਕਿ ਉਹ ਗਵਾਲੀਅਰ ਦੇ ਕਿਲੇ 'ਚੋਂ 52 ਰਾਜੇ ਲੈ ਕੇ ਨਿਕਲੇ, ਇਕੱਲੇ ਨਹੀਂ ਨਿਕਲੇ ਕਿ ਨਹੀਂ, ਇਹਨੂੰ ਸਭ ਨੂੰ ਛੱਡੋ। ਗੁਰੂ ਤੇਗ ਬਹਾਦਰ ਦਾ ਸੀਸ ਹਿਊਮਨ ਰਾਈਟਸ ਕਰਕੇ ਹੋਇਆ। ਇਸ ਕਰਕੇ ਜੋ ਸਾਡੇ ਸਿਧਾਂਤ ਹੈ ਪਾਰਟੀ ਦੇ, ਗੁਰੂਆਂ ਤੋਂ ਲੈ ਕੇ ਚੱਲਦੇ ਆ, ਅਸੀਂ ਮਾੜੇ ਹੋ ਸਕਦੇ ਹਾਂ, ਚੰਗੇ ਹੋ ਸਕਦੇ ਹਾਂ, ਸਾਡੇ 'ਚ ਕਮਜ਼ੋਰੀਆਂ ਹੋ ਸਕਦੀਆਂ, ਉਹਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ, ਲੇਕਿਨ ਸਿਧਾਂਤਾਂ 'ਤੇ ਸਾਨੂੰ ਚੱਲਣਾ, ਉਹ ਸਿਧਾਂਤਾਂ 'ਤੇ ਅਸੀਂ ਚੱਲਦੇ ਹੋਏ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ, ਤੇ ਗੁਰੂ ਕਿਰਪਾ ਕਰੂ ਅਖੀਰ ਫਤਿਹ ਅਸੂਲਾਂ ਦੀ ਹੁੰਦੀ, ਅਸੀਂ ਜਿੱਤਾਂਗੇ, ਸਾਰਾ ਕੁਝ ਕਰਾਂਗੇ। ਅੱਜ ਇਹ ਮੇਰੀ ਤੁਹਾਨੂੰ ਅਪੀਲ ਹੈ ਕਿ ਉਹ ਜੋ ਅਫਵਾਹਾਂ ਚੱਲਦੀਆਂ ਹੋ ਰਿਹਾ ਉਹਨੂੰ ਸਭ ਖਤਮ, ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ, ਤੇ ਨਾਲ ਪਾਰਟੀ ਦੇ ਸਾਰੇ ਕੇਡਰ ਨੂੰ ਅਪੀਲ ਹੈ ਕਿ ਆਓ ਆਪਾਂ ਇਕਜੁੱਟ ਹੋ ਕੇ ਐਡੇ ਔਖੇ ਸਮੇਂ 'ਚੋਂ ਨਿਕਲਿਆ, ਤਗੜੇ ਹੋ ਕੇ ਪਾਰਟੀ ਨੂੰ ਫਿਰ ਸ਼ਕਤੀ 'ਚ ਕਿਵੇਂ ਲਿਆਉਣਾ, ਇਹ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ। ਡੇਵਿਡ ਕਾਲਜ ਜਲੰਧਰ ਦੇ 2 ਵਿਦਿਆਰਥੀਆਂ ਦਾ ਆਪਸੀ ਝਗੜਾ ਖੂਨੀ ਲੜਾਈ 'ਚ ਬਦਲ ਗਿਆ। ਇਹ ਲੜਾਈ ਕਾਲਜ ਦੀ 3ਜੀ ਮੰਜ਼ਿਲ ਤੇ ਹੋਈ। ਘਟਨਾ 'ਚ ਬਿਹਾਰ ਦੇ ਰਹਿਣ ਵਾਲੇ ਕਿਸ਼ਨ ਕੁਮਾਰ ਯਾਦਵ ਨਾਮਕ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ BSc ਕਰ ਰਹੇ ਅਮਨ ਨਾਂ ਦੇ ਵਿਦਿਆਰਥੀ ਦੀ ਐਤਵਾਰ ਰਾਤ ਨੂੰ ਜਨਮ ਦਿਨ ਦੀ ਪਾਰਟੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਸਦੀ ਕਿਸ਼ਨ ਕੁਮਾਰ ਯਾਦਵ ਨਾਲ ਲੜਾਈ ਹੋ ਗਈ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਲੜਦੇ ਉਹ ਰੇਲਿੰਗ ਤੱਕ ਪਹੁੰਚ ਗਏ ਅਤੇ ਹੇਠਾਂ ਡਿੱਗ ਗਏ। किशन की मौत हो गई जबकि अमन नूं निजी हस्पताल विच दाखिल करवाया गया है। उत्थे ही पुलिस मामले की जांच कर रही है। सर हमें सूचना मिली है कि यहाँ कल रात को स्टूडेंट की लड़ाई हुई है, उसका मर्डर हुआ है। नहीं सर, लड़ाई ज़रूर हुई है, कोई मर्डर नहीं यहाँ पे हुआ, ये अकस्मात था और कोई मर्डर वाली बात नहीं है। आपस में बच्चों की लड़ाई हुई है। हाँ। और बच्चा ऊपर से नीचे गिर गया। मैं उसने धक्का दुक्का लगा, धक्का नहीं, डेड हुआ कोई? इट वाज ऑल कोइंसिडेंस, किसी ने धक्का नहीं। डेड हुआ है कोई? हाँ जी। क्या नाम है उसका जिसका डेथ हुआ है? किशन कुमार यादव नाम का बच्चा है जी। और ये वार्डन साहब मेरे साथ खड़े हुए हैं, जो वहाँ पे रेजिडेंट हैं, वहीं पे रहते हैं। इन्होंने सारा देखभाल भी वहाँ पे यही करते हैं और कोई ऐसा 2 बच्चे गिरे थे वहाँ से? नहीं सर, 2 बच्चे गिरे थे। वन इज सेफ जी, वो उसका इलाज चल रहा है। उसका क्या नाम है? अमन। कहाँ के रहने वाले सर? ये कौन से दोनों बच्चे बिहार के। और कौन से बैच के थे? ये कौन से? 19 बैच के हैं।
ये 19 बैच के बच्चे हैं, लास्ट सेमेस्टर इनका चल रहा है। और ऐसा कुछ नहीं है कि कोई बाहर के तत्वों ने इनके साथ लड़ाई नहीं करी कहते हो। अंदर लड़कों आपसी लड़ाई हुई, उसके बाद आपस- मैं आपस में धक्का लड़ाई मारा हुई। उसने नीचे, उसके बाद नीचे गिरा किसी ने धक्का नहीं मारा। सीसीटीवी फुटेज इज देयर, सीसीटीवी फुटेज में पुलिस ने देख भी लिया, किसी ने धक्का किसी को नहीं मारा। स्कफल हुआ है, छोटी सी बात को लेके आपस में इनकी बात हुई है कोई, और उसमें ये एक दूसरे को लड़ते लड़ते, मतलब एक दूसरे को धक्का मुक्की करते करते वो नीचे गिर गया। किसी ने किसी को जानबूझ के धक्का नहीं मारा जी। ते जो फैमिली है उसकी जिसकी डेड हुआ उसको इन्फॉर्म कर दिया गया है। जी। और दूसरा वो बच्चा कौन सा हॉस्पिटल में है? यहाँ श्री राम न्यूरो में है। ये डेविड इंस्टीट्यूट जो डीएवी इंस्टीट्यूट है इंजीनियरिंग कॉलेज, ये हमारा डिवीजन नंबर 1 के एरिया में एक ਚ ਪੈਂਦਾ। ਤਾਂ ਇਹਦੇ ਵਿੱਚ ਰਾਤ ਜਿਹੜੇ ਆ ਸਟੂਡੈਂਟਸ ਜਿਹੜਾ ਸੈਕੰਡ ਫਲੋਰ ਦੇ ਉੱਤੇ ਜਿਹੜਾ ਉਹਨਾਂ ਦਾ ਹੋਸਟਲ ਦਾ ਹੈਗਾ ਹੋਸਟਲ, ਉੱਥੇ ਆਪਸ 'ਚ ਬੱਚਿਆਂ ਦਾ ਕੋਈ ਛੋਟੀ ਜੀ ਗੱਲ ਤੋਂ ਤਕਰਾਰ ਹੋਇਆ। ਕੋਈ ਇਹਨਾਂ ਦੀ ਬਰਥਡੇ ਪਾਰਟੀ ਸੀ ਪਹਿਲੋਂ, ਉਹ ਤਕਰਾਰ 'ਚ ਦੋ ਬੱਚੇ ਆਪਸ 'ਚ ਮੈਨ ਹੈਂਡਲਿੰਗ ਉਹਨਾਂ ਨੂੰ ਲੜਾਈ ਹੋਈ। ਜਦੋਂ ਲੜੇ ਤਾਂ ਉਹ ਦੋਨੋਂ ਹੀ ਉੱਥੇ ਗ੍ਰਿਲ ਦੇ ਉੱਤੋਂ ਜਿਹੜਾ ਥੱਲੇ ਗਰਾਊਂਡ ਫਲੋਰ ਤੇ ਜਿਹੜਾ ਗਿਰ ਗਏ, ਜਿਨ੍ਹਾਂ 'ਚੋਂ ਇੱਕ ਲੜਕੇ ਦੀ ਮੌਕੇ 'ਤੇ ਡੈਥ ਹੋ ਗਈ, ਕ੍ਰਿਸ਼ਨ ਕੁਮਾਰ ਦੀ। ਜਿਹੜਾ ਦੂਸਰਾ ਲੜਕਾ ਅਮਨ, ਉਹ ਇੰਜਰਡ ਹੈ। ਉਹ ਇਸ ਟਾਈਮ ਜੇਰੇ ਇਲਾਜ ਹੈ ਸ਼੍ਰੀ ਰਾਮ ਨਿਊਰੋ हॉस्पिटल नकोदर रोड जलंधर। तो आउट ऑफ डेंजर है, बट ਉਹਦੇ भी काफ़ी सट्टां लगी हैं। जो बताया जा रहा है कि पिछले 8 जून से जो इनमें आपस में तकरार शुरू हुई थी, इसके बाद ये कल जो इंसिडेंट हुआ है, तो ये लगातार जो लड़ाई झगड़ा पिछले 8 तारीख से चलता आ रहा। नहीं, 8 तारीख को इनके ये 2 कमरे हैं वहाँ पे, C24 और C22। इनमें एक रूम में 2 बच्चे जो शेयरिंग में रहते हैं, ਉਹਨਾਂ ਦਾ ਆਪਸ 'ਚ ਪ੍ਰੋਬਲਮ ਹੋਈ ਸੀ। ਕੋਈ ਬਰਥਡੇ ਪਾਰਟੀ ਸੀ, ਤਾਂ ਉਹ ਕਈ ਵਾਰ ਬੱਚੇ ਦੀ ਫਾਈਨੈਂਸ਼ੀਅਲੀ ਹੁੰਦੀ ਹੈ, ਉਹ ਥੋੜ੍ਹਾ ਜਿਹਾ ਬੱਚਾ ਗਰੀਬ ਘਰ ਤੋਂ ਸੀ, ਤਾਂ ਉਹਨਾਂ ਨੇ ਆਪਸ 'ਚ ਬੱਚਿਆਂ ਨੇ ਸਾਰਿਆਂ ਨੇ ਕੰਟਰੀਬਿਊਟ ਕਰਕੇ ਤੇ ਉਹ ਜਿਹੜਾ ਪਾਰਟੀ ਕੀਤੀ ਸੀ। ਉਹ 'ਚੋਂ ਇੱਕ ਅਮਨ ਨੇ ਜਿਵੇਂ ਕੰਟਰੀਬਿਊਸ਼ਨ 'ਚ ਨਹੀਂ ਪਾਇਆ, ਮੇ ਵੀ ਉਹਦੀ ਸਮਰੱਥਾ ਨਾ ਹੋਵੇ, ਤਾਂ ਉਹਦੇ ਵਿੱਚ ਇਹਨਾਂ ਦਾ ਆਪਸ 'ਚ ਥੋੜ੍ਹਾ ਬੱਚਿਆਂ ਦੀ ਜਿਵੇਂ ਜਿਹੜੀ ਛੋਟੀ ਤਕਰਾਰ ਹੁੰਦੀ ਹੈ, ਕਿਉਂਕਿ ਕਾਲਜ 'ਚ ਇਸ ਤਰ੍ਹਾਂ ਦੀਆਂ ਤਕਰਾਰਾਂ ਹੀ ਹੁੰਦੀਆਂ। ਕੋਈ ਪ੍ਰੋਫੈਸ਼ਨਲ ਤਾਂ ਉਹਨਾਂ ਦਾ ਕੋਈ ਆਪਸ ਕੋਈ ਰੌਲਾ ਨਹੀਂ, ਤੇ ਉਹ ਤਕਰਾਰ ਕਾਰਨ ਥੋੜ੍ਹੇ ਬਹੁਤ ਇਹਨਾਂ ਦਾ ਆਪਸ ਤੂੰ ਮੈਂ ਹੋਏ। ਬਟ ਰੀਸੈਂਟਲੀ ਜਿਹੜਾ ਹੁਣ ਕੱਲ੍ਹ ਰਾਤ ਜਿਹੜਾ ਇਹਨਾਂ ਦਾ ਆਪਸ 'ਚ ਤਕਰੀਬਨ 10 ਵਜੇ ਆਪਸ 'ਚ ਬਹਿਸ ਬੂਸ ਕੀਤੀ, ਤਾਂ ਉਹ ਇਹਨਾਂ ਦਾ ਵਾਚਮੈਨ ਨੇ ਆ ਕੇ ਇਹਨਾਂ ਨੂੰ ਪਰੇ ਕਰਤਾ। ਅਤੇ ਦੁਬਾਰਾ ਫਿਰ ਇਹਨਾਂ ਦੀ ਪੌਣੇ 12 ਵਜੇ ਜਿਹੜੀ ਆ, ਪੌਣੇ 1 12 ਸਵਾ 12, ਉਦੋਂ ਇਹਨਾਂ ਦੀ ਆਪਸ 'ਚ ਦੋਨਾਂ ਦੀ ਜਿਹੜੀ ਆਪਸ ਲੜਾਈ ਹੋਈ। ਹੱਥੋਂ ਪਾਈ ਹੋਣ ਨਾਲ ਬਿਲਕੁਲ ਜਸਟ 3 ਸੈਕਿੰਡਸ ਦਾ ਜਿਹੜੀ ਮੈਂ CCTV ਫੁਟੇਜ ਵਗੈਰਾ ਸਾਰੀ ਦੇਖੀ ਹੈ, ਉਹਦੇ 'ਚ ਬੜਾ ਕਲੀਅਰ ਹੈ ਔਰ ਸਾਰਾ ਕੁਛ ਉਹਦੇ ਵਿੱਚ मतलब हैगा और सारा दिखता है। CCTV में नीचे गिरते नजर आ CCTV में वो आपस में जब लड़े हैं और उसके बाद साथ में ही ग्रिल के साथ जो दोनों का बैलेंस, और दोनों नीचे गिर गए हैं, और जिनमें से एक की डेथ हो गई है और एक जो इंजर्ड है। तो अभी आपकी तरफ से क्या मामले दर्ज किया जा रहा है? हमने वहाँ, क्योंकि जब लड़ाई थी वहाँ काफ़ी बच्चे भी वहाँ उस टाइम प्रेजेंट थे, और वहाँ जो उनका वॉचमैन था ਉਹਦੇ ਬਿਆਨ ਦੇ ਉੱਤੇ ਵॉचमैन ਦੇ ਅਸੀਂ ਜਿਹੜਾ ਮੁਕੱਦਮਾ ਜਿਹੜਾ 304 ਦੇ ਵਿੱਚ ਦਰਜ ਕੀਤਾ, ਤੇ ਪਰਚੇ ਦੇ ਖਿਲਾਫ ਦਰਜ ਹੋਇਆ। ਹਜੇ ਉਹ ਹਸਪੀਟਲ ਦੇ ਵਿੱਚ ਹੈ, ਉਹ ਐਡਮਿਟ ਹੈ, ਤੇ ਆਫਟਰ ਉਹਨੂੰ ਡਿਸਚਾਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ। तो रहने वाले कहाँ के थे? बिहार के? ਇਹ ਦੋਨੋਂ ਬੱਚੇ ਪ੍ਰੀਵੀਅਸਲੀ ਬਿਹਾਰ ਦੇ ਰਹਿਣ ਵਾਲੇ ਆ, ਤੇ ਦੋਨੋਂ BA ਆਪਣਾ ਇੰਜੀਨੀਅਰਿੰਗ ਦੇ ਸਟੂਡੈਂਟ ਸੀ, ਤਾਂ BSc ਕਰ ਰਹੇ ਸੀ, ਤਾਂ ਇਹਨਾਂ ਦੇ ਆਲ ਫਾਈਨਲ ਈਅਰ ਸੀ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤਨਗਰ ਇਲਾਕੇ 'ਚ ਸਥਿਤ ਇੱਕ ਲੋਹਾ ਵਪਾਰੀ ਦੇ ਕਰਿੰਦੇ ਤੋਂ 8 ਲੱਖ ਰੁਪਏ ਦੇ ਕਰੀਬ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਸ਼ਹਿਰ ਵਿੱਚ ਪਹਿਲਾਂ 12 ਲੱਖ ਦੀ ਲੁੱਟ ਹੋਣ ਦਾ ਰੌਲਾ ਪੈ ਰਿਹਾ ਸੀ। ਜਾਣਕਾਰੀ ਅਨੁਸਾਰ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨ ਦੇ ਵਿੱਚ ਵੜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਨੇ ਪਹਿਲਾਂ ਕਰਿੰਦੇ ਦੀ ਅੱਖਾਂ 'ਚ ਮਿਰਚਾਂ ਦਾ ਪਾਊਡਰ ਪਾਇਆ, ਫਿਰ ਉਸ ਦੇ ਗੋਲੀ ਮਾਰ ਦਿੱਤੀ ਅਤੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਸਵੇਰੇ ਤਕਰੀਬਨ 11 ਸਵਾ 11 ਦਾ ਇਹ ਵਾਰਦਾਤ ਹੋਈ ਹੈ। 3 ਮੁੰਡੇ ਜਿਹੜੇ ਨੇ ਮੋਟਰਸਾਈਕਲ ਤੇ ਆਏ ਨੇ, ਜਿਨ੍ਹਾਂ 'ਚੋਂ 2 ਮੁੰਡੇ ਜਿਹੜੇ ਉਤਰ ਕੇ ਜਿਹੜਾ ਇੱਕ ਜਿਹਦੇ ਨਾਲ ਲੁੱਟਖੋ ਕਰਨੀ ਸੀ ਉਹਦੇ ਆਫਿਸ 'ਚ ਗਏ। ਉੱਥੇ ਪਹਿਲਾਂ ਉਹਨਾਂ ਜਿਹੜੀਆਂ ਲਾਲ ਮਿਰਚਾਂ ਨੇ ਉਹਦਾ ਪਾਊਡਰ ਉਹਦੀ ਅੱਖਾਂ 'ਚ ਪਾਇਆ, ਉਸ ਤੋਂ ਬਾਅਦ ਉਹਦੇ ਗੋਲੀ ਮਾਰੀ ਹੈ। ਫਿਰ ਉਸ ਤੋਂ ਬਾਅਦ 2 ਮੁੰਡੇ ਥੱਲੇ ਆ ਕੇ ਭੱਜ ਕੇ, ਜਿਹੜਾ ਤੀਜਾ ਸਾਥੀ ਤੇ ਉਹਦੇ ਨਾਲ ਮੋਟਰਸਾਈਕਲ 'ਤੇ ਬਹਿ ਕੇ ਇੱਥੋਂ ਭੱਜ ਗਏ। ਪਤਾ ਲੱਗਿਆ ਭਾਜੀ ਵੀ ਕਿਸ ਤਰੀਕੇ ਨਾਲ ਕਿਹਦੀ ਮਨਸ਼ਾ ਨਾਲ ਇਹਨਾਂ ਨੇ ਉਹ ਕਿਤੇ ਕਿ ਲੁੱਟ ਦਾ ਸੀ, ਕੋਈ ਰੰਜਿਸ਼ ਸੀ ਇਹਨਾਂ ਦੀ? ਨਹੀਂ, ਹਜੇ ਤੱਕ ਤਾਂ ਜੋ ਪ੍ਰਾਈਮੇ ਫੇਸ਼ੀਆ ਤਾਂ ਲੁੱਟ ਦਾ ਹੀ ਸਾਰਾ ਇੰਸੀਡੈਂਟ ਨਜ਼ਰ ਆ ਰਿਹਾ। ਉਸ ਤੋਂ ਬਾਅਦ ਤਫਤੀਸ਼ ਚੱਲ ਰਹੀ ਹੈ। ਜਿੱਦਾਂ ਦੀ ਤਫਤੀਸ਼ ਹੋਊਗੀ ਉਦੋਂ ਦਾ ਹੀ ਕਾਰਵਾਈ ਅਮਲ 'ਚ ਲਿਆਂਦੀ। ਕਿੰਨਾ ਕੈਸ਼ ਸੀਗਾ ਜਿਹੜਾ? ਤਕਰੀਬਨ ਜੋ ਮੁੰਡੇ ਨੇ ਖੁਦ ਦੱਸਿਆ 8 ਸਵਾ 8 ਲੱਖ ਹੈਗਾ ਸੀ ਕੈਸ਼।
ਤੇ ਜਿਹਨੂੰ ਗੋਲੀ ਵੱਜੀ ਹੈ ਉਹਦੀ ਕੰਡੀਸ਼ਨ ਕਿੱਦਾਂ ਵਾ ਦੇਖੋ ਉਹਨੂੰ ਰੈਫਰ ਕੀਤਾ ਹੈ ਜੀ ਹੁਣ ਲੁਧਿਆਣੇ ਜੀ, ਤੇ ਕੰਡੀਸ਼ਨ ਹਜੇ ਠੀਕ ਹੈ ਜੀ, ਕੰਟਰੋਲ 'ਚ। ਤੇ ਕਦੋਂ ਤੱਕ ਇਸ ਨੂੰ ਸੋਲਵ ਕਰ ਲਿੱਤਾ ਜਾਏਗਾ? ਬਸ ਇਹ ਤੁਹਾਡੇ ਸਾਹਮਣੇ ਅਸੀਂ ਲੱਗੇ ਹੋਏ ਹਾਂ ਜੀ, ਜਲਦੀ ਤੋਂ ਜਲਦੀ ਸੋਲਵ ਕਰਾਂਗੇ। ਪਠਾਨਕੋਟ ਦੇ ਨੇੜੇ ਪੈਂਦੇ ਆਰਮੀ ਖੇਤਰ ਮਿੱਥਲ ਵਿਖੇ ਅੱਜ ਇੱਕ ਸਿਪਾਹੀ ਵੱਲੋਂ ਆਪਣੇ 2 ਅਧਿਕਾਰੀ ਹਵਲਦਾਰਾਂ ਨੂੰ ਸੁੱਤੇ ਪਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਸਿਪਾਹੀ ਐਡੀ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਆਰਮੀ ਖੇਤਰ ਵਿੱਚੋਂ ਚੁੱਪ ਚਪੀਤੇ ਫਰਾਰ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲਾ ਸਿਪਾਹੀ ਲੋਕੇਸ਼ ਕੁਮਾਰ ਧਰੁਵ ਪੁੱਤਰ ਸਰੂਪ ਸਿੰਘ ਨਿਵਾਸੀ ਗਦੀਦਾ ਛੱਤੀਸਗੜ੍ਹ ਬੀਤੀ ਰਾਤ 2 ਵਜੇ ਆਪਣੀ ਡਿਊਟੀ ਕਰਕੇ ਵਾਪਸ ਪਰਤਿਆ ਸੀ। ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਕਿਹਾ ਹੈ ਕਿ ਮਾਨਸਾ ਅਦਾਲਤ ਦੇ ਵਿੱਚ ਲਾਰੈਂਸ ਨੂੰ ਕਾਨੂੰਨੀ ਸਹਾਇਤਾ ਨਹੀਂ ਮਿਲ ਰਹੀ। ਕੋਈ ਵੀ ਵਕੀਲ ਲਾਰੈਂਸ ਦੀ ਤਰਫੋਂ ਪੇਸ਼ ਹੋਣ ਲਈ ਰਾਜ਼ੀ ਨਹੀਂ ਹੋਇਆ। ਉਸਨੇ ਟ੍ਰਾਂਜ਼ਿਟ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਦਰਅਸਲ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਮਾਨਸੇ ਦੇ ਪਿੰਡ ਜਵਾਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਪਿੱਛੇ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਹੈ। ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ BSF ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਡਰੋਨ ਨੂੰ ਸੁੱਟਿਆ ਗਿਆ। ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਹੋਈ ਹੈ। ਫਾਜ਼ਿਲਕਾ ਸੈਕਟਰ ਅੰਦਰ ਹੋਈ ਇਸ ਬਰਾਮਦਗੀ ਤੋਂ ਬਾਅਦ BSF ਅਤੇ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। BSF ਦੇ DIG VP ਬਡੂਲਾ ਨੇ ਦੱਸਿਆ ਹੈ ਕਿ ਫੜੇ ਗਏ ਡਰੋਨ ਦੇ ਨਾਲ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ, ਜਿਸ ਦਾ ਵਜ਼ਨ 1 ਕਿਲੋ 630 ਗ੍ਰਾਮ ਹੈ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਇਹ ਡਰੋਨ ਭਾਰਤ ਦੇ ਅੰਦਰ ਦਾਖਲ ਹੋਇਆ, ਪਰ BSF ਦੇ 55 ਬਟਾਲੀਅਨ ਦੇ ਜਵਾਨਾਂ ਦੀ ਮੁस्तैदी ਕਾਰਨ ਡਰੋਨ ਫੜੀ गई है। देखिए कल यानी कि 26 जून 2022 को लगभग रात के 10 बजे सीमा सुरक्षा बल के जवान बॉर्डर पर चौकस और चौकसी के साथ तैनात थे, अपनी ड्यूटी परफॉर्म कर रहे थे। उस समय तैनात एक जवानों को हमिंग साउंड सुनाई दी जी, और उन्होंने तुरंत रिएक्ट किया, लोकेट किया और QRT को एक्टिवेट किया जी, और BSF के पास जो भी रिसोर्सेज थे उनको यूटिलाइज करते हुए एक ड्रोन को रिकवर किया है जी। ये एक क्वाडकॉप्टर है जी, इसके साथ 2 पैकेट भी बंधे हुए थे जो येलो कलर के पैकेजिंग में थे जी, और इसका IB से इसकी डिस्टेंस 125 मीटर के करीब थी। ठीक है, तो उसको तुरंत रिकवर किया गया और सीमा सुरक्षा बल ने उसे अपने कब्जे में लिया। कौन सी बटालियन की तरफ से ये जो सी अचीवमेंट हुई है जी? ये हमारी 55 बटालियन है। तो सर कितनी क्षमता है इसके ड्रोन की, कितना सामान इसका आ जा सकता है? देखिए ये अभी हम इसको फॉरेंसिक लैब में भेजेंगे तो ताकि इसके फाइनल डिटेल आ जाए। अभी वो डिटेल हमारे पास अवेलेबल नहीं है। लगता है चाइना में ये DJI मैट्रिसेस पे मार्क किया हुआ है। इसे कैसे गिराया गया? ये हमने हमारे जवानों की चौकसी की वजह से हमने इसको रिकवर करने में प्राप्त किया है। कोई जी, इसके साथ हमें जो इसका उद्देश्य था, ये जो है क्वाडकॉप्टर है नारकोटिक स्मगलिंग के लिए यूज हो रहा था, क्योंकि इसके साथ 2 पैकेट हमें उसके साथ बंधे हुए मिले हैं और जो सस्पेक्टेड टू बी हीरोइन हो सकता है। कोई फायर भी किए गए हैं जी इसको गिराने के लिए? अभी वो डिटेल्स हम आपको बता देंगे जी। सर इसका वजन कितना है जो 2 पैकेट मिले हैं, कोई इसका वजन भी किया? हाँ, ये अभी विद पैकेट 1.63 kg है विद पैकेट। कौन सी चौकी से ये सर बरामदगी हुई है, किस एरिया से ये? BOP झांगड़, तो 55 बटालियन की BOP झांगड़ है, वहाँ पे ये रिकवरी हुई है। पार्टी पाकिस्तान साइड से आ रहा था और ये IB क्रॉस कर चुका था और अपनी बॉर्डर फेंसिंग से पहले इसको रिकवर कर लिया गया है। तो सर इलाके को सर्च किया जा रहा है, कोई और भी कोई सामान या हथियार जैसे आगे का? यस, हमने जो है उसके बाद हमने एक्सटेंसिव सर्च ऑपरेशन लॉन्च किया, पूरी एरिया से की बहुत गहरे से छानबीन की, और उस छानबीन के दौरान अभी हमें ऐसा कोई इंक्रीमेंटिंग मटेरियल अभी तक नहीं मिला है। सो कोई गिरफ्तारी भी हुई है इसमें जी किसी का? अभी नॉट। ओके, कितना वजन सर ये उठा सकता है? जैसे कोई हथियार वगैरह भी ये सप्लाई कर सकते हैं इससे? देखिए वो अब उसकी डिटेल्स जब फॉरेंसिक से मिल जाएंगे उसके बाद ही बता पाएंगे। तो फर्दर क्या रह रहा है BSF का, किसके हवाले किया जा रहा है जी इसको? ये अभी फॉरेंसिक इसका जो नारकोटिक्स पार्ट है वो तो हम NCB को हैंड ओवर करेंगे जी, बाकी इसका हम फॉरेंसिक
एग्जामिनेशन के लिए। सर- ये ह्यूज अचीवमेंट। देखिए, ड्रोन इज ए न्यू चैलेंज टू BSF जी। ये एक नई तरीके की एक हमारे लिए चैलेंज है और हम धीरे धीरे करके अभी हमारे पास के एंटी ड्रोन सिस्टम भी आने वाला है, हम इस पर काबू पा लेंगे। हमारे जवान BSF पर जो बॉर्डर पर हैं वो बड़ी मुस्तैदी के साथ तैनात है। देखिए, चूँकि मैंने अभी बताया कि ड्रोन एक नया चैलेंज है हमारे लिए, इसमें लोकल पॉपुलेशन का सहयोग की हमें अत्यंत आवश्यकता है। जी। तो हम उनका हेल्प जो है हमारे लिए बहुत फ्रूटफुल रहेगा। हमारे फ्रंटियर हेडक्वार्टर पंजाब ने भी एक अनाउंसमेंट किया है अभी कि जो भी सिविलियन जिसकी सूचना पर यदि कोई ड्रोन पकड़ा जाता है या कोई कंसाइनमेंट पकड़ा जाता है या उसका रिसीवर पकड़ा जाता है तो उसे 1 लाख रुपए की इनाम दिया जाएगा और उसकी आइडेंटिटी को, उसकी डिटेल्स को सीक्रेट रखा जाएगा, वो हम किसी को नहीं बताएंगे। तो इस तरह से कुछ उनका सहयोग हमें मिलेगा तो हम विल बी एबल टू डू मच बेटर। ਲੁਧਿਆਣੇ ਦੇ ਥਾਣਾ ਲਾਡੋਵਾਲ ਦੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਮਹਿਲਾ ਦੀ ਭੈਣ ਅਤੇ ਉਸਦੇ ਜੀਜੇ ਨੂੰ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਲਾਡੋਵਾਲ ਖੇਤਰ 'ਚ ਇੱਕ ਅਨੀਤਾ ਨਾਮ ਦੀ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ। ਜਾਂਚ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਮਹਿਲਾ ਦੀ ਹੱਤਿਆ ਕੀਤੀ ਗਈ ਅਤੇ ਹੱਤਿਆ ਦੇ ਦੋਸ਼ ਵਿੱਚ ਮ੍ਰਿਤਕ ਦੇ ਜੀਜਾ ਅਤੇ ਭੈਣ ਨੂੰ ਕਾਬੂ ਕੀਤਾ ਗਿਆ ਹੈ। ਤੁਸੀਂ ਸਾਰੇ ਜਾਣਦੇ ਹੋ 18 ਤਾਰੀਖ ਨੂੰ ਇੱਕ ਬਲਾਈਂਡ ਮਰਡਰ ਹੋਇਆ ਸੀਗਾ। ਉਹ ਲੇਡੀ ਸੀਗੀ 22 ਸਾਲ ਦੀ ਲੇਡੀ ਸੀਗੀ ਅਨੀਤਾ ਤੇ ਉਹਦੇ ਮਰਡਰ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਸ ਕੇਸ ਨੂੰ ਸਾਡੀ ਜਿਹੜੀ ਟੀਮ ਹੈ ਅੰਡਰ ACP ਵੈਸਟ ਐਂਡ SHO ਲਾਡੋਵਾਲ ਉਹਨਾਂ ਨੇ ਉਹਨੂੰ ਟਰੇਸ ਕੀਤਾ ਹੈ ਐਂਡ ਫਾਈਨਲੀ ਦ ਕਲਪ੍ਰਿਟਸ ਦੇ ਹੈਵ ਬੀਨ ਅਰੈਸਟਡ ਤੇ ਇਹ 'ਚ FIR ਨੰਬਰ 82 ਵਾਸ ਰਜਿਸਟਰਡ on 18th June under section 302 ਤੇ ਉਸ ਕੇਸ ਨੂੰ ਟਰੇਸ ਕਰਦੇ ਹੋਏ ਜਿਹੜੇ ਹੈਗੇ ਦੋਨੋਂ accused they have been arrested. one of them is by the name of ਲਾਲ ਬਚਨ ਤੇ ਬਬੀਤਾ ਦੇਵੀ। ਦੋਨੋਂ ਹੀ ਜਿਹੜੇ ਹੈਗੇ ਇਹਦੇ ਰਿਲੇਟਿਵਸ ਹੈਗੇ ਤੇ ਇਹ 'ਚ because of some illicit maybe relations going on, that was the motive of the murder, hence it has been traced and now we are disclosing it in front of you. ਜਿੱਦਾਂ ਕਿ ਮੈਂ ਕਿਹਾ ਆਲਰੇਡੀ ਕਿ ਇਹ 'ਚ ਇਲਿਸਿਟ ਰਿਲੇਸ਼ਨਸ ਜਿਹੜੇ ਹੈਗੇ ਉਹ ਲੇਡੀ ਦੇ ਉਸਕਾ ਉਹ ਸ਼ੱਕ ਸੀਗਾ ਐਂਡ ਦੈਟ ਇਜ਼ ਵਾਈ ਇਟ ਇਜ਼ ਅ ਕ੍ਰਾਈਮ ਆਫ ਪੈਸ਼ਨ ਬਿਟਵੀਨ ਫੈਮਿਲੀ ਮੈਂਬਰਸ। ਦੈਟ ਵਾਸ ਰੀਜ਼ਨ। ਉਮਰ ਕਿੰਨੀ ਸੀ ਉਹਦੀ? ਜਿਹੜੀ ਲੇਡੀ ਡਿਸੀਜ਼ਡ ਉਹਦੀ ਉਮਰ 22 ਸਾਲ ਸੀਗੀ ਤੇ ਜਿਹੜੇ ਅਕਿਊਜ਼ਡ ਹੈਗੇ ਅਰੈਸਟਡ ਉਹਨਾਂ ਦੀ ਉਮਰ ਲਾਲ ਬਚਨ ਦੀ ਏਜ ਹੈਗੀ 32 ਇਅਰਸ ਐਂਡ ਬਬੀਤਾ ਦੇਵੀ 25 ਇਅਰਸ। written it in the press note and ये जड़े हैंगे सगे बहन ते जीजा ये हैंगे so it was an illicit relation। yes, ये प्रवासी हैंगे जी। ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸੇਨਾ ਨੇ ਆਪਣਾ ਨਾਮਜ਼ਦਗੀ ਪੱਤਰ ਅੱਜ ਦਾਖਲ ਕਰ ਦਿੱਤਾ ਹੈ। ਵਿਰੋਧੀ ਧਿਰ ਨੇ ਇਸ ਦੌਰਾਨ ਆਪਣੀ ਤਾਕਤ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਯਸ਼ਵੰਤ ਸੇਨਾ ਦੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਲਈ ਸ਼ਰਦ ਪਵਾਰ, ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਵੀ ਮੌਜੂਦ ਸੀ। ਇਸ ਦੇ ਨਾਲ ਹੀ ਕਾਂਗਰਸ ਤੋਂ ਮਲਿਕਾਰਜੁਨ ਖੜਗੇ, ਰਾਮ ਗੋਪਾਲ ਯਾਦਵ, RLD ਦੇ ਜਯੰਤ ਚੌਧਰੀ ਸਮੇਤ ਫਾਰੂਕ ਅਬਦੁੱਲਾ ਵੀ ਮੌਜੂਦ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉੱਚ ਪੱਧਰੀ ਵਫਦ ਅਫਗਾਨਿਸਤਾਨ ਭੇਜਣ ਸੰਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ S ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਇਹ ਵਫਦ ਜੁਲਾਈ 2022 ਵਿੱਚ ਅਫਗਾਨਿਸਤਾਨ ਭੇਜਣਾ ਚਾਹੁੰਦੀ ਹੈ ਤਾਂ ਜੋ ਉੱਥੇ ਦੇ ਸਿੱਖਾਂ ਦੇ ਹਾਲਾਤਾਂ ਬਾਰੇ ਜਾਣਿਆ ਜਾ ਸਕੇ ਅਤੇ ਸਰਕਾਰ ਦੇ ਅਧਿਕਾਰੀਆਂ ਨਾਲ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ ਜਾ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਾਉਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਮੌਕੇ ਅੱਜ ਸਰਦਾਰ ਪਰਸੋਤਮ ਸਿੰਘ ਫਲਵਾਣਾ ਵੱਲੋਂ ਨਨਕਿਆਣਾ ਸਾਹਿਬ ਵਿਖੇ ਮੈਨੇਜਰ ਰੂਮ ਦੇ ਬਾਹਰ ਮਰਨ ਵਰਤਨ ਤੇ ਬੈਠਣ ਦਾ ਐਲਾਨ ਕੀਤਾ ਗਿਆ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਸੰਤ ਅਤਰ ਸਿੰਘ ਜੀ ਦੇ ਅਸਥਾਨ ਮਸਤੂਆਣਾ ਵਿਖੇ ਗੈਰ ਕਾਨੂੰਨੀ ਟਰਸਟੀਆਂ ਵੱਲੋਂ 25 ਏਕੜ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਹਿ ਕਰਵਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਲਜ ਖੋਲ ਰਹੀ ਹੈ। ਉਹਨਾਂ ਕਿਹਾ ਕਿ ਇਹ ਸਿੱਖ ਪ੍ਰਾਪਰਟੀ ਹੈ। ਇਸ ਦਾ ਕੇਸ ਪਹਿਲਾਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਪਰ ਫਿਰ ਵੀ ਬਿਨਾਂ ਜਾਂਚ ਪੜਤਾਲ ਦੇ ਬੇਨਾਮਾ ਹੋ ਗਿਆ ਜੋ ਕਿ ਅਦਾਲਤ ਦੀ ਤੋਹੀਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਡਿਸਟ੍ਰਿਕਟ ਹੈੱਡਕੁਆਟਰ ਹੈ ਜਿੱਥੇ ਅਸੀਂ ਮੈਨੇਜਰ ਸਾਹਿਬ ਦੇ ਗੇਟ ਅੱਗੇ ਧਰਨੇ ਤੇ ਬੈਠੇ ਹਾਂ। ਇਹਦਾ ਕਾਰਨ ਹੈ ਬਹੁਤ ਵੱਡਾ ਕਾਰਨ
ਮਸਤਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਅਸਥਾਨ ਦੇ ਉੱਤੇ ਇੱਕ ਬੋਗਸ ਜਿਹੜਾ ਕਹਿ ਲਈਏ ਆਪਾਂ ਟਰਸਟ ਹੈ, ਉਹਨੇ 25 ਕਿੱਲੇ ਜ਼ਮੀਨ ਹੈ ਜਿਹੜੀ ਸਰਕਾਰ ਨੂੰ ਦੇ ਦਿੱਤੀ। 25 ਕਿੱਲੇ ਜ਼ਮੀਨ, ਉਹ 25 ਕਿੱਲੇ ਜ਼ਮੀਨ ਹੈ ਜਿਹੜੀ ਐਕਚੁਅਲੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦਾ ਕੇਸ ਜਿੱਤੀ ਹੋਈ ਹੈ, ਅਤੇ ਜਿਹੜਾ ਟਰਸਟ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜਿਹਨੂੰ ਡੀਲ ਕਰਦੇ ਨੇ, ਉਹ ਉਹਦੇ ਕਸਟੋਡੀਅਨ ਨੇ ਢੀਂਡਸਾ ਸਾਹਿਬ। ਉਸ ਥਾਂ ਦੇ ਦਾ ਮੁਕੱਦਮਾ ਹੈ ਜਿਹੜਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਦਾ। ਲੇਕਿਨ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬੋਗਸ ਟਰਸਟ ਖੜਾ ਕਰਕੇ ਉਹ ਪ੍ਰਾਪਰਟੀ ਹੈ ਜਿਹੜੀ ਉਹ ਸਰਕਾਰ ਦੇ ਨਾਂ ਟਰਾਂਸਫਰ ਕਰਾ ਲਈ, ਕਾਲਜ ਦੇ ਨਾਂ 'ਤੇ ਸਰਕਾਰੀ ਕਾਲਜ ਦੇ ਨਾਂ 'ਤੇ ਟਰਸਟ। ਉਹ ਸਿੱਖ ਪ੍ਰਾਪਰਟੀ ਹੈ, ਜਿਹੜੀ ਸਿੱਖ ਪ੍ਰਾਪਰਟੀ ਆ ਉਹ ਟਰਾਂਸਫਰ ਤਾਂ ਹੋ ਹੀ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਵਾਲੀ ਪ੍ਰਾਪਰਟੀ ਕਿਸੇ ਵੀ ਬੰਦੇ ਨੂੰ ਡੋਨੇਟ ਨਹੀਂ ਕੀਤੀ ਜਾ ਸਕਦੀ। ਨਾਲੇ ਡੋਨੇਟ ਕਰਨ ਵਾਲੇ ਕੌਣ ਨੇ, ਇਹ ਮਾਣਯੋਗ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਵੀ ਉਹ ਕੌਣ ਨੇ। ਜੇ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਮਾਣਯੋਗ ਮੁੱਖ ਮੰਤਰੀ ਨੂੰ ਵੀ ਮੈਨੂੰ ਇਹ, ਫਿਰ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਕਲੀਅਰ ਹੈ ਵੀ ਇਹ ਇੱਕ ਨਾਟਕ ਹੈ। ਇਸ ਨਾਟਕ ਦੇ ਵਿੱਚ ਜਾਂ ਉਹਨਾਂ ਦੀ ਸੈਂਸੇ ਨਹੀਂ ਹੈਗੀ। ਮੈਂ ਤੁਹਾਡੀ ਗੱਲ ਦੇ ਲਈ ਇੱਕ ਗੱਲ ਕਰਨੀ ਚਾਹਾਂ, ਜੇ ਇੱਕ ਮਰਲਾ ਜ਼ਮੀਨ ਲੈਣੀ ਹੋਵੇ ਕਿਸੇ ਪਿੰਡ ਦੇ ਵਿੱਚ, ਕਿਸੇ ਘਰ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ, ਸਾਨੂੰ NOC ਦੀ ਲੋੜ ਹੁੰਦੀ ਹੈ। ਜਿਹੜੀ ਸਾਨੂੰ NOC ਦੀ ਲੋੜ ਹੁੰਦੀ ਹੈ, ਲੇਕਿਨ ਇੱਥੇ ਕਿਸੇ ਨੇ NOC ਨਹੀਂ ਲਈ। ਹਾਈ ਕੋਰਟ ਦੇ ਮੁਕੱਦਮੇ ਦਾ ਨਹੀਂ ਪਤਾ, ਜ਼ਮੀਨ ਟਰਾਂਸਫਰ ਹੋ ਗਈ, ਇੰਤਕਾਲ ਵੀ ਹੋ ਗਿਆ, ਲੇਕਿਨ ਮਾਨਯੋਗ ਹਾਈ ਕੋਰਟ ਦੇ ਮੁਕੱਦਮੇ ਦੀ ਕਲੀਅਰੈਂਸ ਕਿਸੇ ਨੇ ਨਹੀਂ ਲਈ। ਕਿਉਂ ਨਹੀਂ ਲਈ ਗਈ? ਕਿਉਂਕਿ ਸਾਰੇ ਜਿਹੜਾ ਮਾਲ ਮਹਿਕਮੇ ਦੇ DC ਸਾਹਿਬ ਸੰਗਰੂਰ ਤੋਂ ਲੈ ਕੇ ਉਹਨਾਂ ਨੇ ਅੰਡਰ ਪ੍ਰੈਸ਼ਰ ਕੰਮ ਕੀਤਾ। ਉਹਨਾਂ ਨੇ ਟੋਟਲੀ 100% ਅੰਡਰ ਪ੍ਰੈਸ਼ਰ ਕੰਮ ਕੀਤਾ। ਉਹਨਾਂ ਦੇ ਅੰਡਰ ਪ੍ਰੈਸ਼ਰ ਕੰਮ ਕਰਨ ਕਰਕੇ ਇਹ ਸਾਰਾ ਜਿਹੜਾ ਵਰਤਾਰਾ ਹੈ ਇਹ ਵਾਪਰਿਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਥੇ ਦੱਸਣ ਦੇ ਲਈ ਵੀ ਸਾਡੀ ਜਾਇਦਾਦ ਦੇ ਉੱਤੇ ਡਾਕਾ ਵੱਜ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਕੋਈ ਹੋਰ ਹੀ ਗੈਰ ਆ ਕੇ ਨੌ ਕਰਾ ਗਏ ਸਰਕਾਰ ਦੇ, ਇਹ ਦੱਸਣ ਦੇ ਲਈ ਮੈਂ ਇੱਥੇ ਬੈਠਾ। ਲੇਕਿਨ ਜਦੋਂ ਸ਼੍ਰੋਮਣੀ ਕਮੇਟੀ ਦੇ ਅੱਜ ਮੈਂ ਗੱਲ ਕੀਤੀ, ਉਹ ਗੱਲ ਕਰਨ ਤੋਂ ਵੀ ਉਹ ਨੇ, ਜਿਹਦੇ ਕਰਕੇ ਮੈਨੂੰ ਇੱਥੇ ਬੈਠਣਾ ਪੈ ਗਿਆ। ਇੱਥੋਂ ਦੇ ਮੈਨੇਜਰ ਸਾਡੇ ਕੋਆਰਡੀਨੇਟਰ ਨੇ, ਕਿਉਂਕਿ ਮਸਤਾਣਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਨਕਲ ਬਣ ਰਹੀ ਹੈ। ਇੱਥੋਂ ਦੇ ਮੈਨੇਜਰ ਸਾਡੇ ਉਹਨਾਂ ਸਾਰੇ ਕਾਰ ਵਿਹਾਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਨਾਲ ਜੋ ਵੀ ਗੱਲਬਾਤ ਚੱਲਦੀ ਹੈ ਉਹਦੇ ਕੋਆਰਡੀਨੇਟਰ ਨੇ। ਇਹਦੇ ਕਰਕੇ ਮੈਂ ਇਹ ਥਾਂ ਚੁਣੀ ਹੈ ਵੀ ਇਹ ਮੈਨੇਜਰ ਨੇ ਜਿਹੜੇ, ਇਹ ਸਾਡੀ ਗੱਲ ਹੈਗੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣ। ਅਤੇ ਮਾਣਯੋਗ ਮੁੱਖ ਮੰਤਰੀ ਅਤੇ DC ਸਾਹਿਬ ਸੰਗਰੂਰ ਅਤੇ ਇੱਥੋਂ ਦੇ ਰਜਿਸਟਰੀ ਕਰਨ ਵਾਲੇ ਤਹਿਸੀਲਦਾਰ ਸੰਗਰੂਰ, ਇੱਥੋਂ ਦੇ ਰਜਿਸਟਰੀ ਕਰਨ ਵਾਲੇ ਪਟਵਾਰੀ ਕਨਗੋ ਸਾਹਿਬਾਨ, ਉਹਨਾਂ 'ਤੇ ਸਾਰਿਆਂ 'ਤੇ 420 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਕਿਉਂਕਿ ਜਿਹੜਾ ਜ਼ਮੀਨ ਦਾ ਕੋਈ ਮਾਲਕ ਹੀ ਨਹੀਂ, ਜਦੋਂ ਉਹ ਜ਼ਮੀਨ ਤੋਂ ਰਜਿਸਟਰੀ ਕਰਵਾ ਕੇ ਸਰਕਾਰ ਉਹ 'ਤੇ, ਅੱਜ ਮੈਨੂੰ ਬਜਟ ਸੈਸ਼ਨ ਦੇ ਵਿੱਚ ਪਤਾ ਲੱਗਿਆ ਵੀ 50 ਕਰੋੜ ਇੱਕ ਹੋਰ ਸੋਚਾ ਵੀ ਅਸੀਂ ਬਜਟ 'ਚ 50 ਕਰੋੜ ਰੁਪਇਆ ਰੱਖ ਲਿਆ। ਅਸੀਂ ਗੌਰਮੈਂਟ ਕਾਲਜ ਬਣਨ ਦੇ ਵਿਰੋਧ 'ਚ ਨਹੀਂ ਹੈਗੇ। ਅਸੀਂ ਲੜ ਕੇ PGI ਬਣਵਾਇਆ, 13 ਸਾਲ ਲੜਿਆ PGI ਲਈ। ਉੱਥੇ ਸ਼ਰਾਬ ਦਾ ਕਾਰਖਾਨਾ ਲਾਉਂਦਾ ਸੀ ਕੋਈ ਸਿੱਖ ਆਗੂ, ਉਹ PGI ਬਣਵਾਇਆ। ਮੈਂ ਕਾਲਜ ਦੇ ਹੱਕ ਦੇ ਵਿੱਚ ਆ, ਸਰਕਾਰੀ ਮੈਡੀਕਲ ਕਾਲਜ ਬਣਨਾ ਚਾਹੀਦਾ। ਲੇਕਿਨ ਗੁਰਦੁਆਰੇ ਦੀ ਜ਼ਮੀਨ ਦੇ ਉੱਤੇ ਨਹੀਂ ਤੁਸੀਂ 40-40, 50-50 ਕਿੱਲੇ ਪੰਚਾਇਤਾਂ ਦੇ ਛੜਾਏ ਨੇ। ਜਿਹੜੇ ਪੰਚਾਇਤਾਂ ਤੋਂ ਜ਼ਮੀਨਾਂ ਛੜਾਈਆਂ ਨੇ ਉਹ ਜਿਹੜੇ ਮਰਜ਼ੀ ਪਿੰਡ 'ਚ ਬਣਾ ਲਓ। ਇੱਕ ਨਾ ਜਥੇਦਾਰ ਪੁਰਸ਼ੋਤਮ ਸਿੰਘ ਫੱਗੂ ਵਾਲਾ ਨਾਨਕਿਆਣਾ ਸਾਹਿਬ ਮਰਨ ਵਰਤ ਦੇ ਬੈਠੇ ਨੇ ਜੀ। ਉਹਦੇ ਸੰਬੰਧ ਉਹ ਕਹਿੰਦੇ ਨਾ ਜਿਹੜੀ ਮਸਤੂਆਣਾ ਸਾਹਿਬ ਦੀ ਜ਼ਮੀਨ ਆ 25 ਏਕੜ, ਉਹ ਕਾਲਜ ਨੂੰ ਕਿਉਂ ਦਿੱਤੀ ਆ, ਜਿਹੜਾ ਗੌਰਮੈਂਟ ਨੇ? ਹਾਂਜੀ ਸਰ ਜੀ, ਇਸ ਤਰ੍ਹਾਂ ਹੈ, ਜਿਹੜੀ ਕਮੇਟੀ ਹੈਗੀ, ਹਾਂਜੀ, ਰੈਵਨਿਊ ਰਿਕਾਰਡ ਉਹਨਾਂ ਤੇ ਨਾਂ ਦੇ ਬੋਲਦਾ ਸੀਗਾ। ਅੱਛਾ ਜੀ। ਉਹਨਾਂ ਨੇ ਜਿਹੜੀ ਹੈਗੀ ਅੱਗੇ ਦਿੱਤੀ ਹੈ, ਪੂਰਾ ਲੀਗਲ ਪ੍ਰੋਸੀਜਰ ਅਡਾਪਟਡ ਹੈ। ਓਕੇ ਸਰ, ਠੀਕ ਹੈ ਜੀ, ਪੂਰਾ ਲੀਗਲੀ ਕੀਤਾ ਹੈਗਾ। ਜਿਹੜਾ ਵੀ ਹੈਗਾ ਕਮੇਟੀ ਨੇ ਜਿਹੜੇ ਹੈਗੇ ਉਹਨੇ ਟ੍ਰਾਂਸਫਰ ਕੀਤੀ ਹੈ, ਉਹਨਾਂ ਦੇ ਕੋਲ ਇਖਤਿਆਰ ਸੀਗੇ ਐਸ ਪਰ ਦੇਅਰ ਜਿਹੜੇ ਸੁਸਾਇਟੀ ਦੇ ਟਰਮਸ ਐਂਡ ਕੰਡੀਸ਼ਨ ਰਜਿਸਟਰਡ ਜਿਹੜੀ ਸੁਸਾਇਟੀ ਹੈ ਉਹਦੇ ਇਹਨਾਂ ਦੇ ਕੋਲ ਜਿਹੜੀ ਪਾਵਰ ਹੈਗੀ ਉਹ ਵਰਤਦੇ ਹੋਏ ਇਹਨਾਂ ਨੇ ਸਰਕਾਰ ਨੂੰ ਸੌਂਪੀ ਹੈ ਜੀ। ਓਕੇ ਸਰ, ਇਹਦੇ ਵਿੱਚ ਸਰਕਾਰ ਦਾ ਕੋਈ ਗਲਤ ਰੋਲ ਨਹੀਂ ਹੈ। ਅੱਛਾ ਜੀ ਸਰ। ਹਾਂ, ਉਹ ਜਥੇਦਾਰ ਦਾ ਕਹਿਣਾ ਵੀ ਉਹ ਗੁਰਦੁਆਰੇ ਦੀ ਪੁੰਨਹੇਵੇ ਦੀ ਜ਼ਮੀਨ ਹੁੰਦੀ ਆ,
ਵੀ ਉਹ ਦੇ ਨਹੀਂ ਸਕਦੇ ਹੁੰਦੇ? नहीं जी, इस तरह का कुछ नहीं है। एज पर लॉ ਓਕੇ ਗੁਰਦੁਆਰਾ ਸਾਹਿਬ ਅਲਾਉਡ ਹੈ ਉਹਨਾਂ ਦੇ ਪ੍ਰੋਪਰਟੀਜ਼ ਨੂੰ ਜਿਹੜਾ ਹੈਗਾ ਡਿਸਾਈਡ ਕਰਨ ਦੇ ਵੱਲ, ਤੇ ਉਹਨਾਂ ਨੇ ਜਿਹੜਾ ਹੈਗਾ ਉਹ ਐਸ ਪਰ ਲਾਅ ਸਾਡੇ ਹੱਕ 'ਚ ਕੀਤੀ ਹੈਗੀ ਜ਼ਮੀਨ। ਗੁਰਦੁਆਰੇ ਨੇ ਦਿੱਤਾ ਹੈ, ਸਰਕਾਰ ਨੇ ਦਿੱਤੀ ਹੈਗੀ ਜ਼ਮੀਨ। ਜੇਕਰ ਕੋਈ ਇਸ਼ੂ ਹੈਗਾ ਐਗਜ਼ਾਮਿਨ ਕਰ ਲੈਵਾਂਗੇ, ਐਨੀ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ। ਓਕੇ ਸਰ, ਥੈਂਕ ਯੂ। ACI ਦਾ ਵਿਸ਼ੇਸ਼ ਬੁਲੇਟਿਨ ਕੱਲ ਨੂੰ ਇਸੇ ਸਮੇਂ ਫਿਰ ਤੋਂ ਹਾਜ਼ਰ ਹੋਵਾਂਗੇ ਕੱਲ ਦੀਆਂ ਖਾਸ ਖਬਰਾਂ ਦੇ ਨਾਲ, ਤੇ ਹੁਣ ਲਈ ਦੋ ਸਾਨੂੰ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।